ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ। ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਪਿਆਊ ਨੂੰ ਗਿਰਾ ਦਿੱਤਾ ਗਿਆ, ਉਸ ਸਟਰਕਚਰ ਨੂੰ ਤੋੜ ਦਿੱਤਾ ਗਿਆ। ਹਾਲਾਂਕਿ ਪ੍ਰਾਈਮਾ ਫੇਸੀ ਇਹ ਕੋਈ ਵੱਡੀ ਖਬਰ ਨਹੀਂ ਹੈ, ਕਿਉਂਕਿ ਦੇਸ਼ ਭਰ ਦੇ ਵਿੱਚ ਕਈ ਐਨਕਰੋਚਮੈਂਟਸ ਪ੍ਰਸ਼ਾਸਨ ਦੇ ਵੱਲੋਂ ਆਏ ਦਿਨ ਗਿਰਾਈਆਂ ਜਾਂਦੀਆਂ ਨੇ ਤੇ ਐਨਕਰੋਚਮੈਂਟਸ ਨੂੰ ਗਿਰਾਇਆ ਵੀ ਜਾਣਾ ਚਾਹੀਦਾ ਹੈ। ਮਗਰ ਇਸ ਮਾਮਲੇ ਦੇ ਵਿੱਚ ਇਹ ਮਾਮਲਾ ਇੱਕ ਧਾਰਮਿਕ ਮਾਮਲਾ ਹੈ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਪਹਿਲਾਂ ਸੋਚ ਸਮਝ ਕੇ ਇਸ ਮਾਮਲੇ ਦੇ ਵਿੱਚ ਕੰਸੈਂਸਸ ਬਣਾ ਕੇ ਅੱਗੇ ਵਧਣਾ ਚਾਹੀਦਾ ਸੀ। ਇਹ ਦਲੀਲ ਦਿੱਤੀ ਜਾ ਰਹੀ ਹੈ। ਸਵਾਲ ਹੁਣ ਇਹ ਖੜੇ ਹੋ ਰਹੇ ਨੇ ਕਿ ਆਪਸ ਦੇ ਵਿੱਚ ਹੁਣ ਦੋਸ਼ਾਂ ਰੋਪਣ ਦਾ ਦੌਰ ਸ਼ੁਰੂ ਹੋ ਗਿਆ ਹੈ, ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਇਸ ਕਰਕੇ ਕੀ ਕੁਝ ਲੋਕ ਆਪਣੇ ਹਿੱਤਾਂ ਦੇ ਲਈ, ਆਪਣੇ ਹਿੱਤਾਂ ਨੂੰ ਬਚਾਉਣ ਦੇ ਲਈ ਤੇ ਆਪਣੇ ਪੋਲੀਟੀਕਲ ਬੈਨੀਫਿਟਸ ਦੇ ਲਈ ਇਸ ਮਾਮਲੇ ਨੂੰ ਪਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਤੇ ਪੇਸ਼ ਹੈ ਸਾਡੀ ਇੱਕ ਖਾਸ ਪੇਸ਼ਕਸ਼। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਪੂਰਾ ਮਾਮਲਾ ਹੈ ਕੀ। दरअसल 6 अप्रैल ਨੂੰ ਸਵੇਰੇ 6 ਵਜੇ ਅਚਾਨਕ ਪ੍ਰਸ਼ਾਸਨ ਦੀਆਂ ਕਈ ਗੱਡੀਆਂ, ਕਈ ਅਧਿਕਾਰੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਪਹੁੰਚਦੇ ਨੇ। ਇਸ ਦੇ ਨਾਲ ਹੀ ਪੁਲਿਸ ਦੀਆਂ ਕਈ ਟੀਮਾਂ ਮੌਕੇ ਤੇ ਮੌਜੂਦ ਸਨ ਤੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਕਥਿਤ ਐਨਕਰੋਚਮੈਂਟ ਨੂੰ ਗਿਰਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਪਿਆਊ ਸਾਹਿਬ ਨੂੰ ਤੋੜ ਦਿੱਤਾ ਜਾਂਦਾ ਹੈ। ਇਸ ਦੌਰਾਨ ਸੰਗਤਾਂ ਦੇ ਵਿੱਚ ਮੌਜੂਦ ਕਈ ਲੋਕਾਂ ਦੀ ਪੁਲਿਸ ਦੇ ਨਾਲ ਹੱਥੋਂ-ਪਾਈ ਹੁੰਦੀ ਹੈ, ਪਰ ਬਰੂਟਲੀ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੰਨੀ ਕੀ ਕਾਲੀ ਸੀ ਕਿ ਅਚਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਬਣੇ ਪਿਆਊ ਨੂੰ ਤੋੜਨਾ ਇੰਨਾ ਜ਼ਰੂਰੀ ਹੋ ਗਿਆ। ਅਚਾਨਕ ਸਵੇਰੇ 6 ਵਜੇ ਕਾਰਵਾਈ ਕਰਨੀ ਕਿਉਂ ਜ਼ਰੂਰੀ ਸੀ? ਤੇ ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਗੁਰਦੁਆਰਾ ਪ੍ਰਸ਼ਾਸਨ ਨੂੰ ਪਹਿਲਾਂ ਕੰਸੈਂਸਸ ਉਸ ਦੇ ਨਾਲ ਕਿਉਂ ਨਹੀਂ ਬਣਾਈ ਗਈ, ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਕਿਉਂ ਨਹੀਂ ਲਿਆ ਗਿਆ ਇਹ ਕਾਰਵਾਈ ਕਰਨ ਤੋਂ ਪਹਿਲਾਂ। ਨਜ਼ਰ ਪਾਉਂਦੇ ਹਾਂ ਪੂਰੇ ਮਾਮਲੇ ਦੇ ਵਿੱਚ ਬੁੱਧਵਾਰ ਸਵੇਰ 6 ਵਜੇ ਜਦ ਦਿੱਲੀ ਰਾਤ ਦੀ ਗਹਿਰੀ ਨੀਂਦ ਤੋਂ ਜਗ ਰਹੀ ਸੀ, ਉੱਤਰੀ ਦਿੱਲੀ ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਚਾਂਦਨੀ ਚੌਕ ਸਥਿਤ ਗੁਰਦੁਆਰਾ ਪਰਿਸਰ ਪਹੁੰਚੇ ਤੇ ਇਲੀਗਲ ਕੰਸਟਰਕਸ਼ਨ ਹਟਾਉਣ ਦਾ ਕੰਮ ਕਰਨ ਲੱਗੇ। ਦੋਸ਼ ਹੈ ਕਿ ਨਿਗਮ ਕਰਮੀਆਂ ਵੱਲੋਂ ਇਸ ਦੌਰਾਨ 12 ਸਾਲਾਂ ਪੁਰਾਣੀ ਇੱਕ ਪਿਆਊ ਨੂੰ ਵੀ ਤੋੜਿਆ ਜਾਣ ਲੱਗਿਆ। ऐसी जानकारी जिवें ही सिख संगत ਨੂੰ ਮਿਲੀ ਤੇ ਸਿੱਖ ਸੰਗਤ ਤੇ ਸ਼ਰਧਾਲੂ ਵਿਗੜ ਗਏ, ਸੜਕਾਂ ਤੇ ਉਤਰ ਆਏ ਤੇ ਕਾਰਵਾਈ ਦਾ ਕਰੜਾ ਵਿਰੋਧ ਕੀਤਾ। ਇਸ ਦੌਰਾਨ ਮੌਕੇ ਤੇ ਸਿੱਖ ਸਮੁਦਾਇ ਦੇ ਨੇਤਾਵਾਂ ਨੇ ਆ ਕੇ ਵਿੱਚ ਬਚਾਅ ਕੀਤਾ ਤੇ ਮਾਮਲੇ ਨੂੰ ਸ਼ਾਂਤ ਕੀਤਾ। DSMC ਦੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਜੇਕਰ ਇਹ ਇਲੀਗਲ ਕੰਸਟਰਕਸ਼ਨ ਸੀ ਤਾਂ ਇਸ ਲਈ ਨੋਟਿਸ ਕਿਉਂ ਨਹੀਂ ਦਿੱਤਾ ਗਿਆ। ਬਿਨਾਂ ਕਿਸੇ ਨੋਟਿਸ ਦੇ ਅਜਿਹੀ ਕਾਰਵਾਈ ਨੂੰ ਅੰਜਾਮ ਦੇਣਾ ਵਿਰਾਸਤ ਤੇ ਹਮਲਾ ਕੀਤਾ ਜਾਣਾ ਹੈ। ਕਮੇਟੀ ਦੇ ਨੇਤਾਵਾਂ ਨੇ ਦਿੱਲੀ ਸਰਕਾਰ ਦੀ ਨੀਤੀਆਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਮਾਹਿਰ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੇ ਨੇ? ਦਰਅਸਲ ਕੁਝ ਲੋਕ ਇਹ ਕਹਿ ਰਹੇ ਨੇ ਕਿ ਸਾਲ 1991 ਦੇ ਵਿੱਚ ਨਗਰ ਨਿਗਮ ਦੇ ਵੱਲੋਂ ਪਰਮਿਸ਼ਨ ਲਈ ਗਈ ਸੀ ਸੀਸਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਪਿਆਊ ਬਣਾਉਣ ਦੀ ਤੇ ਇਹ ਪੂਰੀ ਮਨਜ਼ੂਰੀ ਦੇ ਨਾਲ, ਨਗਰ ਨਿਗਮ ਦੀ ਮਨਜ਼ੂਰੀ ਦੇ ਨਾਲ ਹੀ ਬਣਿਆ ਹੋਇਆ ਇੱਕ ਢਾਂਚਾ ਸੀ ਜਿਸ ਨੂੰ ਗਿਰਾਇਆ ਲੀਗਲੀ ਨਹੀਂ ਜਾ ਸਕਦਾ ਸੀ। ਹੁਣ ਇਸ ਤੋਂ ਵੀ ਬਾਅਦ ਸਭ ਤੋਂ ਮਹੱਤਵਪੂਰਨ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਇਸ ਦੇਸ਼ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਿੱਖਾਂ ਦੇ 9ਵੇਂ ਗੁਰੂ ਨੇ ਆਪਣੀ ਬਲੀਦਾਨੀ ਦਿੱਤੀ ਸੀ, ਆਪਣਾ ਬਲਿਦਾਨ ਦਿੱਤਾ ਸੀ ਅਤੇ ਇਸ ਦੇਸ਼ ਤੇ ਆਪਣੀ ਜਾਨ ਨਿਉਛਾਵਰ ਕੀਤੀ ਸੀ। ਕੀ ਅਜਿਹੀ ਥਾਂ ਤੇ, ਕੀ ਅਜਿਹੀ ਸ਼ਹਾਦਤ ਵਾਲੀ ਥਾਂ ਤੇ ਇਹ ਸਭ ਕੁਝ ਕਰਨਾ ਸਹੀ ਸੀ? ਇਹ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ, ਇਸ ਦੇਸ਼ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਨਾ ਸਾਨੂੰ ਨੋਟਿਸ ਦਿੱਤਾ ਦਿੱਲੀ ਪੁਲਿਸ ਨੇ, ਨਾ ਸਾਨੂੰ ਨੋਟਿਸ ਦਿੱਤਾ MCD ਨੇ। ਇਹ ਸੁੱਤੇ ਤੇ ਅਟੈਕ ਹੈ। ਸਵੇਰੇ 6 ਵਜੇ MCD ਨੇ ਜਿਹੜਾ ਆ ਕੇ ਧਾਵਾ ਬੋਲਿਆ ਪੁਲਿਸ ਦੇ ਨਾਲ ਮਿਲ ਕੇ, ਇਹਨੂੰ ਮੈਂ ਅਟੈਕ ਕਹਾਂਗਾ, ਇਹਨੂੰ ਮੈਂ ਡੈਮੋਲੀਸ਼ਨ ਨਹੀਂ ਕਹਾਂਗਾ। ਦੂਜੀ ਗੱਲ, ਕੋਰਟ ਦਾ ਜਿਸ ਆਰਡਰ ਦਾ ਸਹਾਰਾ ਲੈ ਰਹੇ ਨੇ, ਇਹ ਰੋਂਗ ਇੰਟਰਪ੍ਰੀਟੇਸ਼ਨ ਹੈ। ਕਮਿਸ਼ਨਰ ਜਿਹੜਾ MCD ਦਾ ਸਸਪੈਂਡ ਹੋਣਾ ਚਾਹੀਦਾ, ਉਹਨੇ ਰੋਂਗ ਇੰਟਰਪ੍ਰੀਟੇਸ਼ਨ ਕੀਤੀ ਹੈ। ਇੰਟਰਪ੍ਰੀਟੇਸ਼ਨ ਆਰਡਰ ਕਰ ਇਨਕਰੋਚਮੈਂਟ ਦਾ ਦੱਸ। ਇਨਕਰੋਚਮੈਂਟ ਦਾ ਮਤਲਬ ਹੈ ਕਿ ਜੇ ਫੁੱਟਪਾਥ ਦੇ ਉੱਤੇ ਕੋਈ ਢਾਬਾ ਲੱਗਾ, ਕੋਈ ਦੁਕਾਨ ਲੱਗੀ, ਕੋਈ ਪਾਨ ਦੀ ਦੁਕਾਨ ਹੈ, ਕੋਈ ਕੋਲਡ ਡਰਿੰਕ ਦੀ ਦੁਕਾਨ ਹੈ, ਕੋਈ ਚਾਹ ਦੀ ਦੁਕਾਨ ਹੈ, ਉਹ ਇਨਕਰੋਚਮੈਂਟ ਰਿਮੂਵ ਕਰਨ ਲਈ, ਪਟਰੀ ਕਲੀਅਰ ਕਰਨ ਲਈ ਆਰਡਰ ਸੀਗਾ, ਨਾ ਕਿ 350 ਸਾਲ, 350 ਸਾਲ ਪੁਰਾਣਾ ਇਤਿਹਾਸਿਕ ਜਿਹੜਾ
ਪਿਆਊ ਬਣਿਆ ਉੱਥੇ ਪਾਣੀ ਪਿਲਾਉਣ ਦੀ ਜਗ੍ਹਾ ਜਿਹਦੀਆਂ ਲਾਈਨਾਂ ਅੰਦਰੋਂ ਇਤਿਹਾਸਿਕ ਖੂਹ ਤੋਂ ਆ ਰਹੀਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ ਸੀਗਾ, ਉਸ ਖੂਹ ਨੂੰ ਤੁਸੀਂ ਇਨਕਰੋਚਮੈਂਟ ਪਿਆਊ ਨੂੰ ਤੁਸੀਂ ਇਨਕਰੋਚਮੈਂਟ 'ਚ ਨਹੀਂ ਲੈ ਸਕਦੇ। ਉਹ ਪਿਆਊ ਪਾਣੀ ਪਿਲਾਉਣ ਲਈ ਹੈ, ਜਿੱਥੇ ਤੁਸੀਂ ਕਹਿੰਦੇ ਹੋ ਰਾਈਟ ਆਫ ਵਾਟਰ, ਰਾਈਟ ਆਫ ਫੂਡ ਹੈ, ਜਿੱਥੇ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੋ ਕਿ ਪਾਣੀ ਦੀ ਲੋੜ ਹੈ, ਪਾਣੀ ਪਿਲਾਣਾ ਦੇਸ਼ ਦਾ ਫਰਜ਼ ਹੈ, ਕਨਸਟੀਟਿਊਸ਼ਨ ਕਹਿੰਦਾ ਹੈ ਅਸੀਂ ਗਰੀਬਾਂ ਨੂੰ ਪਾਣੀ ਪਿਲਾ ਰਹੇ ਹਾਂ, ਅਸੀਂ ਗਰੀਬਾਂ ਨੂੰ ਲੰਗਰ ਛਕਾ ਰਹੇ ਹਾਂ। ਤੁਸੀਂ ਇਨਕਰੋਚਮੈਂਟ ਦੀ ਆੜ 'ਚ ਆ ਕੇ ਇਲੀਗਲ ਇੰਟਰਪ੍ਰੀਟੇਸ਼ਨ ਕਰਕੇ ਇਸ ਕਮਿਸ਼ਨਰ ਐਮਸੀਡੀ ਨੇ ਜਿਹੜਾ ਪਿਆਊ ਤੜਵਾਇਆ ਹੈ, ਇਹ ਬਹੁਤ ਹੀ ਵੱਡਾ ਇਲੀਗਲ ਕੰਮ ਕੀਤਾ ਹੈ। ਅਸੀਂ ਇਸ ਦੀ ਸਖਤ ਤੋਂ ਸਖਤ ਨਿੰਦਾ ਕਰਦੇ ਹਾਂ ਔਰ ਕਮਿਸ਼ਨਰ ਐਮਸੀਡੀ ਸਸਪੈਂਸ਼ਨ ਮੰਗਦੇ ਹਾਂ। ਇਸ ਉੱਤੇ ਡੀਐਸਜੀਐਮਸੀ ਦਾ ਅਗਲਾ ਸਟੈਪ ਕੀ ਰਹੇਗਾ? ਅਸੀਂ ਕੋਰਟ ਮੂਵ ਕਰ ਰਹੇ ਹਾਂ, ਕਲੈਰਿਟੀ ਕਰਾਵਾਂਗੇ ਇਸ ਆਰਡਰ ਦੇ ਉੱਪਰ ਕਿ ਤੁਹਾਡੀ ਜਿਹੜੀ ਇਨਕਰੋਚਮੈਂਟ ਹੈ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਜਿਹੜੀ ਹੈਰੀਟੇਜ ਸਾਈਟ ਹੈ, ਹੈਰੀਟੇਜ ਸਾਈਟ ਨਾ ਤੋੜਨ ਦਾ ਸੁਪਰੀਮ ਕੋਰਟ ਦੇ ਵੱਡੇ ਤੋਂ ਵੱਡੇ ਆਰਡਰ ਨੇ। ਇਹ ਹੈਰੀਟੇਜ ਸਾਈਟ ਹੈ, ਤੁਸੀਂ ਐਮਸੀਡੀ ਦੀ ਆਪਣੀ ਗੂਗਲ ਦੀ ਲਿਸਟ ਤੇ ਜਾ ਕੇ ਚੈੱਕ ਕਰੋ। ਐਮਸੀਡੀ ਨਾਰਥ ਜਿੰਨੇ ਐਕਸ਼ਨ ਲਿਆ ਉਹ ਕਹਿੰਦੀ ਹੈ ਕਿ ਸੀਸਗੰਜ ਸਾਹਿਬ ਦਾ ਕੰਪਲੈਕਸ ਜਿਹੜਾ ਹੈ ਉਹ ਹੈਰੀਟੇਜ ਸਾਈਟ ਹੈ। ਫਿਰ ਕਿਸ ਤਰ੍ਹਾਂ ਤੁਸੀਂ ਡੈਮੋਲੀਸ਼ਨ ਦਾ ਇਸ ਤੇ ਆਰਡਰ ਕਰ ਸਕਦੇ ਹੋ? ਅਸੀਂ ਕੋਰਟ ਨੂੰ ਇਸ ਤੇ ਕਲੈਰਿਟੀ ਕਰਨ ਲਈ ਕੋਰਟ ਵਿੱਚ ਚਲੇ ਗਏ ਹਾਂ। ਹੁਣ ਡੀਐਸਜੀਐਮਸੀ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ? ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕੋਈ ਸੰਪਰਕ, ਕੋਈ ਰਾਬਤਾ, ਕੋਈ ਕਮਿਊਨੀਕੇਸ਼ਨ ਨਹੀਂ ਕੀਤਾ ਗਿਆ। ਉਹਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਕਿ ਇਸ ਤਰੀਕੇ ਦੇ ਨਾਲ ਸਵੇਰੇ ਇਹ ਕਾਰਵਾਈ ਕੀਤੀ ਜਾਣੀ ਹੈ। ਇਸ ਕਰਕੇ ਜਿਹੜਾ ਤਰੀਕਾ ਹੈ, ਦਰਅਸਲ ਪੂਰਾ ਪ੍ਰੋਸੀਜਰ ਫੋਲੋ ਕੀਤਾ ਜਾਣਾ ਚਾਹੀਦਾ ਹੈ। ਪ੍ਰੋਸੀਜਰ ਦੇ ਤਹਿਤ ਉਹਨਾਂ ਨੂੰ ਪਹਿਲਾਂ ਨੋਟਿਸ ਸਰਵ ਕੀਤਾ ਜਾਣਾ ਚਾਹੀਦਾ ਸੀ। ਉਸ ਤੋਂ ਬਾਅਦ ਜੇ ਕਾਰਵਾਈ ਕੀਤੀ ਵੀ ਜਾਣੀ ਸੀ ਤਾਂ ਘੱਟ ਤੋਂ ਘੱਟ ਭਰੋਸੇ ਦੇ ਵਿੱਚ ਲੈ ਕੇ ਹੀ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਡੀਐਸਜੀਐਮਸੀ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਆਰੋਪ ਲਗਾ ਰਹੀ ਹੈ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਆਰੋਪ ਲਗਾ ਰਹੀ ਹੈ। ਮਗਰ ਇਸ ਤੋਂ ਬਾਅਦ ਮਨਜੀਤ ਸਿੰਘ ਡੀਐਸਜੀਐਮਸੀ ਦੇ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਅਨਆਫੀਸ਼ੀਅਲ ਇਨਫੋਰਮੇਸ਼ਨ ਉਹਨਾਂ ਨੂੰ ਇੱਕ ਦਿਨ ਪਹਿਲਾਂ ਸ਼ਾਮ ਨੂੰ ਮਿਲੀ ਸੀ। ਜੇ ਉਹਨਾਂ ਦੇ ਕੋਲ ਅਨਆਫੀਸ਼ੀਅਲ ਇਨਫੋਰਮੇਸ਼ਨ ਸੀ ਤਾਂ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੀ ਇਮਾਰਤ ਤੇ ਹਥੌੜਾ ਚਲਾਉਣ ਦੀ ਸਾਜ਼ਿਸ਼ ਰਚਣ ਦਾ ਦਿੱਲੀ ਕਮੇਟੀ ਨੇ ਦੋਸ਼ ਲਗਾਇਆ। ਹੈਰੀਟੇਜ ਇਮਾਰਤ ਦੇ ਵਿੱਚ ਸ਼ੁਮਾਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਾਹਰ ਸਾਲਾਂ ਪੁਰਾਣੇ ਇੱਕ ਪਿਆਊ ਨੂੰ ਇਲੀਗਲ ਕੰਸਟਰਕਸ਼ਨ ਦੇ ਨਾਂ ਤਹਿਤ ਡਿਗਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਥਲ ਤੇ ਹਮਲਾ ਕਰਾਰ ਦਿੱਤਾ ਹੈ। ਬਿਨਾਂ ਕੋਈ ਨੋਟਿਸ ਜਾਰੀ ਕੀਤੇ ਲੋਕ ਨਿਰਮਾਣ ਵਿਭਾਗ ਦਿੱਲੀ ਸਰਕਾਰ ਵੱਲੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਦਿੱਲੀ ਹਾਈ ਕੋਰਟ ਦੇ ਹੁਕਮ ਤੇ ਸਵੇਰੇ 6 ਵਜੇ ਇਹ ਕਾਰਵਾਈ ਸ਼ੁਰੂ ਕੀਤੀ ਗਈ। ਕਮੇਟੀ ਦੇ ਪ੍ਰਵਕਤਾ ਨੇ ਅਦਾਲਤੀ ਹੁਕਮਾਂ ਦੇ ਨਾਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ਹੀਦੀ ਸਥਾਨ ਤੇ ਹਮਲਾ ਕਰਨ ਦੀ ਕਥਿਤ ਸਾਜ਼ਿਸ਼ ਦੇ ਵੱਲੋਂ ਕਮੇਟੀ ਦੇ ਪ੍ਰਬੰਧ ਦੀ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਵੀ ਦੋਸ਼ ਲਗਾਇਆ। ਇਸ ਸੰਬੰਧ ਵਿੱਚ ਸਬੂਤ ਜਾਰੀ ਕਰਦਿਆਂ ਹੋਇਆਂ ਉਹਨਾਂ ਕੇਜਰੀਵਾਲ ਨੂੰ ਇਹਨਾਂ ਸਬੂਤਾਂ ਨੂੰ ਗਲਤ ਸਾਬਿਤ ਕਰਨ ਦੀ ਵੀ ਚੁਣੌਤੀ ਦੇ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੇ ਬਹੁਮੰਤਵੀ ਪ੍ਰੋਜੈਕਟ ਸ਼ਾਹਜਹਾਨਾਬਾਦ ਰੀਡਿਵੈਲਪਮੈਂਟ ਕਾਰਪੋਰੇਸ਼ਨ ਦੇ ਲਵੀ ਚਾਂਦਨੀ ਚੌਂਕ ਬਾਜ਼ਾਰ ਦੀ ਪਟਰੀ ਨੂੰ ਇਲੀਗਲ ਕੰਸਟਰਕਸ਼ਨ ਤੋਂ ਮੁਕਤ ਕਰਵਾਉਣ ਦੇ ਲਈ ਲੋਕ ਨਿਰਮਾਣ ਵਿਭਾਗ ਦੇ ਪ੍ਰੋਜੈਕਟ ਤੇ ਪ੍ਰਸ਼ਾਸਨ ਦੇ ਡੀਜੀਐਮ ਨਿਤਿਨ ਪਾਨੀਗ੍ਰਹਿ ਨੂੰ ਦਿੱਲੀ ਹਾਈ ਕੋਰਟ ਵੱਲੋਂ ਨੋਡਲ ਅਫਸਰ ਬਣਾਇਆ ਗਿਆ ਸੀ, ਜੋ ਕਿ ਸਿੱਧਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਤਿੰਦਰ ਜੈਨ ਨੂੰ ਜਵਾਬਦੇਹ ਹੈ। ਪਾਣੀਗ੍ਰਹਿ ਦੇ ਹੁਕਮਾਂ ਤੇ ਹੀ ਨਿਗਮ ਵੱਲੋਂ ਤੋੜਕ ਦਸਤਾ ਅਦਾਲਤੀ ਆਦੇਸ਼ਾਂ ਦੀ ਪਾਲਣਾ ਦੇ ਸੰਬੰਧ ਦੇ ਵਿੱਚ ਉਪਲਬਧ ਕਰਵਾਇਆ ਗਿਆ ਸੀ। ਉਹਨਾਂ ਪ੍ਰੋਜੈਕਟ ਦੀ ਨਿਦੇਸ਼ਿਕਾ ਤੇ ਚਾਂਦਨੀ ਚੌਂਕ ਦੀ ਵਿਧਾਇਕਾ ਅਲਕਾ ਲਾਂਬਾ ਦੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਪਿਆਊ ਨੂੰ ਤੋੜਨ ਦੀ ਹੋਈ ਮੀਟਿੰਗ ਦੇ ਮਿੰਟਸ ਵੀ ਜਾਰੀ ਕੀਤੇ ਤੇ ਸਵਾਲ ਕੀਤਾ ਕਿ ਜੇਕਰ ਅਲਕਾ ਲਾਂਬਾ ਨੂੰ ਇਸ ਪਿਆਊ ਦੇ ਵਿੱਚ ਇੰਨੀ ਹੀ ਦਿੱਕਤ ਸੀ ਤਾਂ ਇਸ ਸੰਬੰਧੀ ਉਸਨੇ ਕਮੇਟੀ ਦੇ ਨਾਲ ਕੋਈ ਗੱਲਬਾਤ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਵਿਧਾਇਕਾ ਸਿੱਧੇ ਤੌਰ ਤੇ ਗੁਰੂ ਘਰ ਤੇ ਹਮਲਾ ਕਰਨ ਦੇ ਕਥਿਤ ਸਾਜ਼ਿਸ਼ਕਰਤਾ ਨੇ। ਇਸ ਲਈ ਉਹਨਾਂ ਨੂੰ ਸਾਹਮਣੇ ਆ ਕੇ ਇਸ ਮਾਮਲੇ ਤੇ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਹੈ। ਪਿਆਊ ਤੋੜਨ ਤੇ ਸੰਗਤ ਭੜਕੀ, ਪਰ ਇਸ ਬਵਾਲ ਨੂੰ ਡੀਐਸਜੀਐਮਸੀ ਦੇ ਨੇਤਾਵਾਂ ਵੱਲੋਂ ਟਾਲ ਲਿਆ ਗਿਆ। ਟਾਏ ਗਏ ਹਿੱਸੇ ਨੂੰ 2 ਘੰਟੇ ਬਾਅਦ ਹੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਫੇਰ ਤੋਂ ਬਣਾ ਕੇ ਜਲ ਸੇਵਾ ਸ਼ੁਰੂ ਕਰ ਦਿੱਤੀ ਗਈ।
मैं इस वक्त खड़ा गुरुद्वारा सीसगंज साहिब के बाहर जिथे कल निगम ਵੱਲੋਂ ਇੱਥੇ एक तोड़-फोड़ की गई सी ਜਿਹੜਾ कि ਇੱਥੇ ਪਿਆਊ एक बहुत ਪੁਰਾਣਾ ਬਣਿਆ ਸੀ ਤੇ ਕੱਲ ਉਹਨੂੰ ਪ੍ਰਸ਼ਾਸਨ ਵੱਲੋਂ ਤੋੜ ਦਿੱਤਾ ਗਿਆ ਸੀ। ਲੇਕਿਨ ਅੱਜ ਜੇਕਰ ਤੁਸੀਂ ਦੇਖ ਸਕੋ ਤੇ ਕਿਸ ਤਰੀਕੇ ਦੇ ਨਾਲ ਇਹ ਪੂਰੇ ਪਿਆਊ ਨੂੰ ਕੱਲ ਜਿਵੇਂ ਸੰਗਤਾਂ ਨੇ ਖੜਾ ਕਰ ਦਿੱਤਾ ਸੀ ਤੇ ਅੱਜ ਫਿਰ ਜਿਹੜਾ ਉਸ ਪਿਆਊ ਦੀ ਸੇਵਾ ਉਹ ਪੂਰੇ ਤਰੀਕੇ ਨਾਲ ਚੱਲ ਰਹੀ ਹੈ। ਲਗਾਤਾਰ ਉੱਥੇ ਜਿਹੜੀ ਲੇਬਰ ਨੇ ਜਿਹੜੇ ਮਜ਼ਦੂਰ ਨੇ ਉਹ ਇੱਥੇ ਕੰਮ ਕਰ ਰਹੇ ਨੇ, ਸੋ ਪੂਰੇ ਤਰੀਕੇ ਨਾਲ ਇੱਥੇ ਤਿਆਰ ਕੀਤਾ ਗਿਆ, ਬਕਾਇਦਾ ਪੱਥਰ ਲਗਾਏ ਜਾ ਰਹੇ ਨੇ। ਇਹਦੇ ਨਾਲ ਨਾਲ ਜਿਹੜੀਆਂ ਟਾਈਲਸ ਦਾ ਜਿਹੜਾ ਕੱਲ ਸੀ ਕੰਮ ਜਿੱਥੇ ਪਲਸਤਰ ਹੋ ਗਿਆ ਸੀ ਉਹ ਵੀ ਪੂਰੀ ਤਰੀਕੇ ਨਾਲ ਤਿਆਰ ਹੋ ਚੁੱਕਿਆ। ਪਾਣੀ ਦੀ ਸੇਵਾ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। ਇਸ ਤੋਂ ਇਲਾਵਾ ਕਿਉਂਕਿ ਛਬੀਲ ਜਿਹੜੀ ਹੈ ਜਿਹੜਾ ਜਲ ਛਕਾਉਣ ਦਾ ਪ੍ਰੋਗਰਾਮ ਹੈ ਉਹ ਅਜੇ ਵੀ ਬੰਦ ਨਹੀਂ ਹੋਇਆ। ਜੇਕਰ ਤੁਸੀਂ ਇੱਥੇ ਦੇਖ ਸਕਦੇ ਹੋ ਪੂਰਾ ਜਿਹੜੀ ਇਹ ਸੇਵਾ ਇਹ ਲਗਾਤਾਰ ਪੂਰੇ ਤਰੀਕੇ ਨਾਲ ਇੱਥੇ ਚੱਲ ਰਹੀ ਹੈ। ਇਹ ਅਜੇ ਤੱਕ ਸੇਵਾ ਬੰਦ ਨਹੀਂ ਕੀਤੀ ਗਈ ਕਿਉਂਕਿ ਕੱਲ ਜਿਸ ਤਰੀਕੇ ਨਾਲ ਇੱਥੇ ਇੱਕ ਹੋ ਹੱਲਾ ਹੋਇਆ, ਲੋਕਾਂ ਨੇ ਹੰਗਾਮਾ ਕੀਤਾ, ਉਸ ਦੇ ਬਾਵਜੂਦ ਵੀ ਜਿਹੜੀ ਇਹ ਸੇਵਾ ਸੀ ਇਹ ਸੇਵਾ ਇੱਥੇ ਬੰਦ ਨਹੀਂ ਹੋਈ। ਸੰਗਤਾਂ ਦਾ ਜਿਹੜਾ ਪੂਰਾ ਠਾਠਾ ਮਾਰਦਾ ਜਿਹੜਾ ਉਤਸ਼ਾਹ ਹੈ ਉਹ ਅਜੇ ਵੀ ਸੰਗਤਾਂ ਉਸੇ ਹੀ ਤਰੀਕੇ ਨਾਲ ਇੱਥੇ ਸੇਵਾ ਕਰਦੀਆਂ ਪਈਆਂ ਨੇ। ਹਾਲਾਂਕਿ ਜਿਹੜੀ ਭੰਨਤੋੜ ਕੀਤੀ ਗਈ ਸੀ ਉਹ ਅਜੇ ਵੀ ਉਸ ਤਰ੍ਹਾਂ ਦੀ ਹੈ, ਉਹਦੀ ਅਜੇ ਮੁਰੰਮਤ ਥੋੜ੍ਹਾ ਜ਼ਰੂਰ ਟਾਈਮ ਲੱਗੇਗਾ। ਲੇਕਿਨ ਜਿਹੜਾ ਪਿਆਊ ਸੀ ਉਹ ਪੂਰੇ ਤਰੀਕੇ ਨਾਲ ਤਿਆਰ ਹੋ ਚੁੱਕਿਆ ਹੈ। ਬਕਾਇਦਾ ਉੱਥੇ ਜਿਹੜਾ ਪੱਥਰ ਲਾਉਣ ਦੀ ਜਿਹੜੀ ਕਾਰਵਾਈ ਸੀ ਉਹ ਪੂਰੀ ਤਰੀਕੇ ਨਾਲ ਇੱਥੇ ਚੱਲ ਰਹੀ ਹੈ। ਹਾਲਾਂਕਿ ਸੰਗਤਾਂ 'ਚ ਰੋਸ਼ ਅਜੇ ਵੀ ਬਰਕਰਾਰ ਹੈ ਕਿ ਜਿਹੜਾ ਇਹ ਕੰਮ ਸਰਕਾਰ ਵੱਲੋਂ ਕੀਤਾ ਗਿਆ ਉਹ ਬਹੁਤ ਜ਼ਿਆਦਾ ਗਲਤ ਸੀ ਕਿਉਂਕਿ ਗਰਮੀਆਂ 'ਚ ਅਕਸਰ ਲੋਕ ਪਿਆਊ ਲਾਉਂਦੇ ਨੇ, ਲੋਕੀ ਬਾਹਰ ਸੜਕਾਂ ਦੇ ਉੱਤੇ ਵਕਤ ਪਿਆਊ ਲਾਉਂਦੇ ਨੇ ਤੇ ਗੁਰੂ ਘਰ ਦਾ ਇੱਕ ਪਿਆਊ ਸੀ, ਆਖਰ ਇਹਨੂੰ ਕਿਉਂ ਤੋੜਿਆ ਗਿਆ। ਕਮੇਟੀ ਪ੍ਰਧਾਨ ਵੱਲੋਂ ਦਿੱਲੀ ਹਾਈ ਕੋਰਟ ਦੇ ਉਕਤ ਆਦੇਸ਼ ਨੂੰ ਉੱਪਰੀ ਅਦਾਲਤ ਤੇ ਚੁਣੌਤੀ ਵੀ ਦੇ ਦਿੱਤੀ ਗਈ ਹੈ। ਕਮੇਟੀ ਪ੍ਰਧਾਨ ਮੁਤਾਬਿਕ ਇਸ ਪਿਆਊ ਦੇ ਸੰਬੰਧ ਵਿੱਚ 1991 ਦੀ ਨਗਰ ਨਿਗਮ ਦੀ ਕਮੇਟੀ ਦੇ ਕੋਲ ਮਨਜ਼ੂਰੀ ਹੈ ਤੇ ਨੇੜੇ-ਤੇੜੇ ਦੇ ਸਾਰੇ ਦੁਕਾਨਦਾਰ, ਯਾਤਰੀ, पर्यटक ਤੇ ਗਾਹਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਪਿਆਊ ਤੋਂ ਠੰਡਾ ਪਾਣੀ ਪੀ ਕੇ ਰੋਜ਼ਾਨਾ ਆਪਣੀ ਪਿਆਸ ਬੁਝਾਉਂਦੇ ਨੇ। ਪਿਆਊ ਦੇ ਨਾਲ ਹੀ ਭਾਈ ਮਤੀਦਾਸ ਚੌਂਕ ਦੇ ਫਵਾਰੇ ਨੂੰ ਢਾਣ ਦੀ ਮਨਸ਼ਾ ਲੈ ਕੇ ਆਏ ਅਧਿਕਾਰੀਆਂ ਨੂੰ ਸਿੱਖ ਇਤਿਹਾਸ ਪੜ੍ਹਨ ਦੀ ਵੀ ਉਹਨਾਂ ਨਸੀਹਤ ਦਿੱਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਸਲੇ ਤੋਂ ਦੂਰ ਰਹਿਣ ਤੇ ਗੁਰਦੁਆਰਾ ਸਾਹਿਬ ਦੀ 1 ਇੰਚ ਜ਼ਮੀਨ ਤੇ ਵੀ ਨਜ਼ਰ ਨਾ ਰੱਖਣ ਦੀ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਪਿਆਊ ਨੂੰ ਤੋੜਨ ਦਾ ਨੋਟਿਸ ਕਮੇਟੀ ਨੂੰ 3 ਦਿਨ ਪਹਿਲੇ ਮਿਲਣ ਦਾ ਝੂਠਾ ਸੁਨੇਹਾ ਵਾਇਰਲ ਕਰਨ ਵਾਲੇ ਸ਼ਰਾਰਤੀ ਤੱਤਾਂ ਦੇ ਖਿਲਾਫ ਵੀ ਕਮੇਟੀ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਦੇ ਵਿੱਚ ਸ਼ਿਕਾਇਤ ਲਈ ਜਾਏਗੀ। ਵਿਰੋਧੀ ਦਲਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਇਸ ਮਸਲੇ ਤੇ ਕੀਤੀ ਗਈ ਰਾਜਨੀਤੀ ਨੂੰ ਵੀ ਉਹਨਾਂ ਮੰਦਭਾਗਾ ਦੱਸਿਆ। ਸਵਾਲ ਕੀਤਾ ਕਿਉਂਕਿ ਗੁਰੂ ਘਰ ਦੀ ਜ਼ਮੀਨ ਵੇਚਣ ਦੀ ਨੀਅਤ ਲੈ ਕੇ ਉੱਥੇ ਆਏ ਸਨ ਜਾਂ ਆਪਣੀ ਬੰਜਰ ਸਿਆਸੀ ਭੂਮੀ ਨੂੰ ਲੋਕਾਂ ਦੀ ਭਾਵਨਾ ਭੜਕਾ ਕੇ ਉਪਜਾਊ ਬਣਾਉਣ ਦੇ ਲਈ ਆਏ ਸਨ। ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਕਿਸ ਨੇ ਅਤੇ ਕਿਉਂ ਕੀਤੀ ਗਈ ਤੋੜ-ਫੋੜ, ਸਾਡੀ ਇਹ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਹਾਂ। ਸੀਸਗੰਜ ਸਾਹਿਬ ਦੇ ਵਿੱਚ ਪਿਆਊ ਤੋੜਨ ਦੇ ਮਾਮਲੇ ਦੇ ਵਿੱਚ ਸਿਆਸੀ ਇਲਜ਼ਾਮਬਾਜ਼ੀਆਂ, ਸਿਆਸੀ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਡੀਐਸਜੀਐਮਸੀ ਕਹਿ ਰਹੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਲਕਾ ਲਾਂਬਾ ਦੀ ਪ੍ਰਧਾਨਗੀ ਦੇ ਹੇਠ ਇੱਕ ਬੈਠਕ ਇੱਕ ਦਿਨ ਪਹਿਲਾਂ ਹੋਈ ਸੀ ਜਿਸ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਇਸ ਢਾਂਚੇ ਨੂੰ ਗਿਰਾਇਆ ਜਾਣਾ ਹੈ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਹੀ ਇਸ ਦੀ ਜ਼ਿੰਮੇਵਾਰ ਹੈ, ਇਹ ਡੀਐਸਜੀਐਮਸੀ ਕਹਿ ਰਹੀ ਹੈ। ਕਾਰਨ ਇਹ ਦਿੱਤਾ ਜਾ ਰਿਹਾ ਹੈ ਕਿ ਇੱਕ ਸ਼ਾਹਜਹਾਨਾਬਾਦ ਰੀਡਿਵੈਲਪਮੈਂਟ ਪ੍ਰੋਜੈਕਟ ਹੈ ਜਿਸ ਦਾ ਨੋਡਲ ਆਫਿਸਰ ਨਿਤਿਨ ਪਨੀਗ੍ਰਹੀ ਨਾਮ ਦੇ ਅਧਿਕਾਰੀ ਨੂੰ ਬਣਾਇਆ ਗਿਆ ਸੀ ਅਤੇ ਇਹ ਅਧਿਕਾਰੀ ਕੇਜਰੀਵਾਲ ਸਰਕਾਰ ਦੇ ਅੰਡਰ ਆਉਂਦਾ ਹੈ, ਕੇਜਰੀਵਾਲ ਸਰਕਾਰ ਦੇ ਅਧੀਨ ਹੁੰਦਾ ਹੈ ਤੇ ਇਸੇ ਅਧਿਕਾਰੀ ਦੇ ਨਿਰਦੇਸ਼ਾਂ ਤੇ ਕਾਰਵਾਈ ਹੋਈ ਹੈ। ਸੱਚਾਈ ਕੀ ਹੈ ਇਹ ਨਹੀਂ ਪਤਾ। ਇਸ ਦੇ ਨਾਲ ਹੀ ਬੀਜੇਪੀ ਵੀ ਆਮ ਆਦਮੀ ਪਾਰਟੀ ਤੇ ਆਰੋਪ ਲਗਾ ਰਹੀ ਹੈ ਮਗਰ ਆਮ ਆਦਮੀ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ, ਸਾਰੇ ਕੰਸਰਨਡ ਲੋਕਾਂ ਨੂੰ ਫੇਵਰ ਦੇ ਵਿੱਚ, ਭਰੋਸੇ ਦੇ ਵਿੱਚ ਲਿਆ ਗਿਆ ਸੀ। 6 ਮਹੀਨੇ ਪਹਿਲਾਂ ਸਾਰੇ ਹੀ ਰਿਲੀਜੀਅਸ ਸਟਰਕਚਰਸ ਦੇ ਮੈਨੇਜਮੈਂਟ ਦੇ ਨਾਲ ਬੈਠਕ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਸੀ ਤੇ ਸੱਚਾਈ ਇਹ ਵੀ ਹੈ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਆਦੇਸ਼ ਆਇਆ ਸੀ ਜਿਸ ਤੋਂ ਬਾਅਦ ਐਮਸੀਡੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਇਹ ਰਿਲੀਜੀਅਸ ਸਟਰਕਚਰ ਤੇ ਹੋਰ ਵੀ ਜਿੰਨੀਆਂ ਐਨਕਰੋਚਮੈਂਟਸ ਨੇ ਇਸ ਰੋਡ ਤੇ ਉਹਨਾਂ ਨੂੰ ਗਿਰਾ ਦਿੱਤਾ ਜਾਏ। ਨਵੀਂ ਦਿੱਲੀ ਚਾਂਦਨੀ ਚੌਕ ਸਥਿਤ ਸ਼ੀਸ਼ਗੰਜ ਗੁਰਦੁਆਰਾ ਸਥਲ ਕਿਸੇ ਵੱਡੇ ਬਵਾਲ ਦੀ ਜ਼ਮੀਨ ਬੰਦੇ ਬਚਿਆ। ਬੁੱਧਵਾਰ ਨੂੰ ਪੀਡਬਲਿਊਡੀ ਦੇ ਹੁਕਮਾਂ ਤੇ परिसर स्थित एक प्याऊ तोड़े जान ते संगत भी भड़क गई ते लोग सड़कों ते उतर आए। प्याऊ तोड़ जान दा विरोध इन्ना वधिया कि मौके ते ही जम के हंगामा हो गया। इस दौरान दिल्ली कमेटी के प्रधान मनजीत सिंह जी के सकत्तर मनजिंदर सिंह सिरसा समेत कई नेता मौके ते पहुंचे ते मामले नूं शांत करवाया। इस दौरान केजरीवाल सरकार दी नीतियां दी निंदा चौतरफा हुई।
मैं एक डॉक्यूमेंट आपको क्योंकि ये कहा गया है लोगों के अंदर कि दिल्ली गुरुद्वारा कमेटी को 3 या 4 दिन पहले इन्फॉर्म कर दिया गया था कि वहाँ पे डिमोलिशन होगी चांदनी चौक के अंदर, लेकिन वो जो डिमोलिशन जो दिल्ली कमेटी को इन्फॉर्म किया था, दिल्ली कमेटी ने कोई उस पर एक्शन नहीं लिया, ना कोर्ट में गए ना कहीं गए। अब जो मैं आपको डॉक्यूमेंट दिखा रहा हूँ, ये 2 तारीख की हिंदुस्तान टाइम्स है। 2 तारीख की हिंदुस्तान टाइम्स में अलका लांबा जो इनकी विधायक है चांदनी चौक से, वो कह रही है कि केजरीवाल जी ने इंस्ट्रक्शंस दी हैं, हदायत दी हैं कि जो चांदनी चौक को वापस उसकी ओरिजिनलिटी पे लेके आना है, जो शाहजहानाबाद दिल्ली को कहा जाता था। जब शाहजहां ने लाल किला बनाया, चांदनी चौक बनाया, दिल्ली की उसारी की, उससे पहले अगर शायद हिस्ट्री में जाएं तो तुगलकाबाद होती थी, उससे पहले कहीं और होती थी दिल्ली, लेकिन शाहजहानाबाद इसका नाम पड़ा जब शाहजहां ने इसकी उसारी करी। तो इसको चांदनी चौक को ओरिजिनल शक्ल में लाने के लिए गवर्नमेंट ऑफ दिल्ली, एनसीटी दिल्ली ने ये प्रोजेक्ट इनका है और इन्होंने ये हदायत दी, नंबर 1। दूसरी बात, जो 60 फुट से ऊपर की रोड होती है वो CPWD के अंडर आती है, और CPWD जो है PWD जो है, PWD ये स्टेट गवर्नमेंट का डिपार्टमेंट है। 6 तारीख को जो डिमोलिशन करेंगे उसका समय भी इन्होंने 6 बजे रखा है। पहली तो बात, अगर 5 तारीख को इनकी मीटिंग होती है, अलका लांबा चेयर कर रही है और इसमें सारे नाम है तरतीब वाइज, जो डिपार्टमेंट के जो अफसर रहे हैं, अगर वो 5 को मीटिंग कर रही है और तय कर रही है कि सुबह 6 बजे डिमोलिशन करनी है, अगले दिन सवेरे 6 बजे, तो हमारे को वो इंफॉर्मेशन कैसे हमारे पास आ सकती थी 3 दिन पहले, नंबर 1। और जो कॉरपोरेशन हमेशा अगर कोई कार्रवाई करती है तो तकरीबन 10 बजे के बाद करती है, दिन में करती है। ये 6 बजे सुबह करने का पर्पस क्या था? अरे मैनू बड़ी हैरानगी हो रही है अपने दोस्तों ने, अपने मित्रों ने, प्रेस के लोगों को भी बड़ी हैरानगी हो रही है। कल साडे दियोल साहब भी मैनू फोन कर करके कह रहे थे, अरे जदों तक असीं अपने कौम के लोग जिन्हां दे अंदर अपना जज्बा है, अरे यार आपां नूं ते घट्टो घੱਟ अपना दर्द लिखना चाहिए। असीं केवल हर गल ते सियासत करांगे, असीं हर गल ते एक दूसरे नूं छोटा दिखाउण दा काम करांगे। ये कदों तक असीं सियासत करांगे जिहदे नाल कदी मनजीत सिंह जी के छोटा हो जाए, कदी सिरसा छोटा हो जाए। अरे तुसीं सानूं जिन्ना छोटा करना चाहुंदे जी कर लो, अरे पर गुरुआं दी शहादत नूं तो छोटा ना करो। 9वें पातशाह दे स्थान और दिल्ली कमेटियां जिहड़ियां ने ये कौम दीयां विरासतां ने, जिहड़े लोग इन्हां विरासतां नूं चैलेंज करदे पए ने, कदी सिख उन्हां नूं बख्शणगे नहीं। कौम समझदार आ, सूझवान आ, और उन्हां नूं पता है कि जिहड़े लोग दोगलापंथी नीतियां करदे ने, अज तो नहीं करदे आ रहे, पिछले 20 सालों तो कौम नूं वंडण दी कोशिश करदे आ। ਸੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ MCD ਵੱਲੋਂ ਕੀਤੀ ਗਈ ਡੈਮੋਲੀਸ਼ਨ ਦੀ ਕਾਰਵਾਈ ਦੇ ਉੱਤੇ ਹਰ ਪਾਸੇ ਇਤਰਾਜ਼ ਆ ਰਿਹਾ। ਮੇਰੇ ਨਾਲ RP ਸਿੰਘ ਮੌਜੂਦ ਨੇ, BJP ਦੇ ਨੇਤਾ ਨੇ। RP ਸਿੰਘ ਜੀ, ਕਿਸ ਤਰੀਕੇ ਨਾਲ ਦੇਖਦੇ ਜਿਸ ਡੈਮੋਲੀਸ਼ਨ ਦੀ ਕਾਰਵਾਈ ਨੂੰ? ਪਹਿਲੀ ਗੱਲ ਤੇ ਇਹ ਕਾਰਵਾਈ MCD ਨੇ ਨਹੀਂ ਕੀਤੀ, ਇਹ ਕਾਰਵਾਈ ਕਰਾਈ ਹੈ ਦਿੱਲੀ ਸਰਕਾਰ ਨੇ। ਇਹ ਡਾਕੂਮੈਂਟ ਹੈਗਾ ਜਿਹੜਾ ਕਿ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ, ਜੇ ਅਲਕਾ ਲਾਂਬਾ ਹੈਗੀ ਹੈ, ਮੈਂ ਚਾਹਾਂ ਥੋੜਾ ਆਦਮੀ ਨੂੰ ਹਾਈਲਾਈਟ ਕਰ ਲੇ। ਮਿਸਿਸ ਅਲਕਾ ਲਾਂਬਾ, ऑनरेबल MLA डायरेक्टर ऑफ SRDC, emphasized upon the need for removal of this encroachment and expeditiously execution of the project and public convenience। ਇਹ ਅਲਕਾ ਲਾਂਬਾ ਨੇ ਕੱਲ ਮੀਟਿੰਗ ਵਿੱਚ ਕਿਹਾ, ਉਹਦੇ ਆਰਡਰ ਤੇ ਕੰਮ ਹੋਇਆ। ਉਹ ਕਿਹਦੀ ਮੰਤਰੀ, ਕਿਹਦੀ MLA ਹੈ? ਆਮ ਆਦਮੀ ਪਾਰਟੀ, ਸਾਡੀ MLA ਨਹੀਂ ਜੀ। ਇਹ ਉਹਨਾਂ ਨੇ ਕਰਾਇਆ। ਦੂਜੀ ਗੱਲ, ਜਿਹੜਾ ਇਹਦਾ ਨੋਡਲ ਅਫਸਰ ਹੈ ਸਾਰੀ ਕਾਰਵਾਈ ਦਾ, ਉਹ ਹੈਗਾ, ਮੈਂ ਦੁਬਾਰਾ ਚਾਹਾਂ ਹਾਈਲਾਈਟ ਕਰ ਲਓ, ਉਹ ਨੋਡਲ ਅਫਸਰ ਹੈਗਾ ਮਿਸਟਰ ਨਿਤਿਨ ਪਾਨੀਗਲ। ਮੈਂ ਚਾਹਾਂ ਹਾਈਲਾਈਟ ਕਰ ਲਓ, ਅਫਸਰ ਮਿਸਟਰ ਨਿਤਿਨ ਪਾਨੀਗਲ, ਡੀਜੀਐਮ ਪ੍ਰੋਜੈਕਟ ਇਜ਼ ਆਲਸੋ ਹੀ ਇਜ਼ ਅ ਨੋਡਲ ਅਫਸਰ। ਇਹ ਆਰਡਰ ਹੈਗਾ ਜਿਹਦੇ ਨੋਡਲ ਅਫਸਰ ਹੈ, ਇਹ ਨਿਤਿਨ ਪਾਨੀਗਲ ਹੈ, PWD ਦਾ ਅਫਸਰ ਹੈਗਾ। ਇਹ ਕੇਜਰੀਵਾਲ ਨੂੰ ਰਿਪੋਰਟ ਕਰਦਾ ਹੈ, ਇਹ ਕੇਜਰੀਵਾਲ ਨੂੰ ਰਿਪੋਰਟ ਕਰਦਾ, ਸਾਨੂੰ ਰਿਪੋਰਟ ਨਹੀਂ ਕਰਦਾ। ਤੀਜੀ ਗੱਲ, ਤੀਜੀ ਗੱਲ ਹੈਗੀ ਹੈ, ਇਹ ਸੜਕ ਜਿਹੜੀ ਹੈ, ਇਹ ਆਰਡਰ ਹੋ ਗਿਆ ਕਲੀਅਰ ਕਿ ਇਹ ਸੜਕ ਇਹ ਫਿਰ ਦਿੱਲੀ ਸਰਕਾਰ, ਮੇਰਾ ਆਰਡਰ ਨਹੀਂਗਾ, ਇਹ ਦਿੱਲੀ ਸਰਕਾਰ ਦਾ ਆਰਡਰ ਹੈ 2012 ਦਾ, ਜਿਹੜਾ ਸਾਫ਼ ਕਹਿੰਦਾ ਕਿ ਇਹ ਸੜਕ PWD ਸੜਕ ਹੈ, MCD ਸੜਕ ਨਹੀਂ ਹੈਗੀ। ਇਸ ਪੂਰੇ ਮਾਮਲੇ ਦੇ ਵਿੱਚ ਸੰਗਤ ਦਾ ਕੀ ਕਹਿਣਾ ਹੈ, ਇਸ ਪੂਰੇ ਵਿਵਾਦ ਦੇ ਵਿੱਚ ਆਮ ਲੋਕਾਂ ਦਾ ਕੀ ਕਹਿਣਾ ਹੈ, ਇਹ ਵੀ ਵੇਖ ਲੈਂਦੇ ਹਾਂ। जो करते पे ने अच्छा नहीं करते पे, बहुत दुख की गल है। प्याऊ नूं तोड़ते ने, पिछे भी 2 प्याऊ तोड़ते ने, इत्थे पूरे गड्डियां खड़ियां होंदियां ने, उत्थे विचकार लगे ने टायर ना, वो सारी तोड़तियां ने। ਇਹ ਸਾਰੀਆਂ ਦੁਕਾਨਾਂ ਦੇ ਸਾਰੇ ਛੱਜੇ ਬਾਹਰ ਨੇ, ਸਾਰੀ ਅੱਗੇ ਮਾਰਕੀਟ ਬਾਹਰ ਹੈਗੀ ਹੈ। ਉਹਨਾਂ ਨੂੰ ਪਹਿਲੇ ਡਿਮੋਲਿਸ਼ ਕੀਤਾ ਨਾ ਕਿ ਇੱਕ ਟਾਰਗੇਟ ਕਰਕੇ, ਇੱਕ ਚੀਜ਼ ਨੂੰ ਟਾਰਗੇਟ ਕਰਕੇ, ਜਿਹੜੀ ਕਿ ਸਿੱਖ ਕੌਮ ਦੀ ਸਾਡੇ ਮਹਾਨ ਜਗ੍ਹਾ ਹੈਗੀ ਹੈ, ਉਹਨੂੰ ਸਪੈਸ਼ਲੀ ਟਾਰਗੇਟ ਕੀਤਾ ਗਿਆ, ਜਿਹੜਾ ਸਾਨੂੰ ਬਹੁਤ ਅਫਸੋਸ ਹੈ। ਇੱਕ ਸੰਗਤ ਇੱਥੇ ਇਕੱਠੀ ਹੋਈ, ਸਾਨੂੰ ਮਾਣ ਹੈ
ਕਿ ਕੁਝ ਘੰਟਿਆਂ ਦੇ ਅੰਦਰ ਨਹੀਂ, ਕੁਝ ਅੱਧੇ ਘੰਟਿਆਂ ਦੇ ਅੰਦਰ ਹੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਵਰਤਾਈ ਕਿ ਅੱਜ ਪਿਆਊ ਖੜਾ ਹੋ ਗਿਆ ਹੈ। ਇਹ ਪਿਆਊ ਹੈਗਾ, ਇੱਥੇ ਲੱਖਾਂ ਸੰਗਤ ਰੋਜ਼, ਇਹ ਨਹੀਂ ਕਿ ਸਿੱਖ ਸੰਗਤ, ਸਾਰੇ ਧਰਮ ਦੇ ਸੰਗਤ ਇੱਥੇ, ਰਿਕਸ਼ੇ ਵਾਲੇ ਹੋਣ, ਕੋਈ ਗਰੀਬ ਹੋਏ, ਕੋਈ ਅਮੀਰ ਹੋਏ, ਕੋਈ ਦੁਕਾਨਦਾਰ ਹੋਏ, ਇੱਥੇ ਆ ਕੇ ਜਲ ਪੀਂਦੇ ਨੇ। ਇਹ ਕੀ ਹੋਇਆ ਜੀ, ਕੋਈ ਦੁਕਾਨਦਾਰ ਐਸੋਸੀਏਸ਼ਨ ਦਾ ਪ੍ਰਧਾਨ ਇੱਥੇ ਹੈਗਾ, ਉੱਥੇ ਜਾ ਕੇ ਉਹਨਾਂ ਨੇ ਹਾਈ ਕੋਰਟ ਦੇ ਅੰਦਰ ਇਹ ਦਾਖਲ ਕੀਤਾ ਕਿ ਇੱਥੇ ਅਨਆਥੋਰਾਈਜ਼ਡ ਕੰਸਟਰਕਸ਼ਨ ਹੋਈ ਹੈ, ਪਬਲਿਕ ਪੈਸੇਜ ਹੈ, ਇੱਥੇ ਲੋਕਾਂ ਦੀ ਆਵਾਜਾਈ ਵਾਸਤੇ ਰੁਕਾਵਟ ਹੁੰਦੀ ਹੈ। ਤੇ ਪਿੱਛੇ ਹੀ ਕੁਝ 2-3 ਦਿਨ ਪਹਿਲੇ ਹੀ ਹਾਈ ਕੋਰਟ ਨੇ ਆਰਡਰ ਕੀਤਾ ਹੈ ਤੇ ਇਹਨੂੰ ਤੋੜਨ ਵਾਸਤੇ, ਜਦਕਿ ਉਹਨਾਂ ਨੇ 11 ਵਜੇ ਦਾ ਸਮਾਂ ਦਿੱਤਾ, ਉਹ ਸਵੇਰੇ 5:30 ਵਜੇ ਹੀ ਆ ਗਏ। 5:30 ਵਜੇ ਇਲਾਕੇ ਦਾ ਮੈਂਬਰ ਹੈ, ਮੇਰਾ ਬੇਟਾ ਹੈ, ਇਹਨੂੰ ਮਾਰਿਆ ਹੈ, ਸੋਟੀਆਂ ਨੂੰ ਇਹ ਬਲਡੋਜ਼ਰ ਲਾ ਕੇ ਲੇਟ ਗਿਆ ਸੀਗਾ, ਸੋਟੀਆਂ ਨਾਲ ਮਾਰ ਕੇ ਇਹਨੂੰ ਪੁਲਿਸ ਚੁੱਕ ਕੇ ਲੈ ਗਈ ਹੈ, ਮੈਨੂੰ ਚੁੱਕ ਕੇ ਲੈ ਗਈ ਹੈ। ਅਸੀਂ 6:30 ਇੱਥੇ ਪਹੁੰਚ ਗਏ ਸੀਗੇ, ਸਾਰੀ ਟੀਮ ਆਈ, ਅਸੀਂ ਉਹਨਾਂ ਨੂੰ ਕਿਹਾ ਦੱਸੋ ਇੱਥੇ ਕਿਹੜੀ ਗਰੋਜਮੈਂਟ ਹੋ ਰਹੀ ਹੈ, ਚਾਹੇ ਉਹ ਮੰਦਿਰ ਹੈ ਚਾਹੇ ਗੁਰਦੁਆਰਾ, ਇੱਥੇ ਸ਼ੀਤਲ ਜਲ ਬੁਲਾਇਆ ਜਾ ਰਿਹਾ ਹੈ। ਇਹ ਉਹ ਸਥਾਨ ਹੈ, ਖੂਹ ਦਾ ਪਾਣੀ ਉਹ ਆ ਰਿਹਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਖੂਹ 'ਚ ਇਸ਼ਨਾਨ ਕਰਕੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਬਲੀਦਾਨ ਦਿੱਤਾ ਸੀਗਾ। ਇਹ ਸਾਰਾ ਖੂਹ ਦਾ ਜਲ ਹੈ, पानी भी नहीं है, जल है। पानी पिलाकर दया का काम कर रहे हैं, पुण्य का काम कर रहे हैं, और इस पुण्य के काम में ये बाधा दे रहे हैं, बहुत गलत बात है। ਦਿੱਲੀ ਸਰਕਾਰ ਦਾ PWD ਮੰਤਰਾਲਾ ਆਖਿਰ ਕੰਮ ਕੀ ਕਰਦਾ ਹੈ? ਇਹ ਕੁਝ ਲਫ਼ਜ਼ ਨੇ, ਇਹ ਕੁਝ ਵਰਡਸ ਨੇ, ਇਹ ਮੈਂ ਚੁੱਕੇ ਨੇ PWD ਦੀ ਸਾਈਟ ਤੋਂ, ਜਿਹੜੇ ਕਿ ਹਰ ਕੋਈ ਵਿਅਕਤੀ ਵੇਖ ਸਕਦਾ ਹੈ। PWD Department of Delhi engaged in planning, designing, construction and maintenance of government assets in the field of built environment and infrastructure development. Assets in built environment include hospitals, schools, colleges, technical institutes, police buildings, prisons, courts, etc. Assets in infrastructure development include roads, bridges, flyover, footpaths, subways, etc. Infrastructure development, inverted comma, infrastructure development, ਸ਼ਾਹਜਹਾਨਾਬਾਦ ਰੀਡਿਵੈਲਪਮੈਂਟ ਪ੍ਰੋਜੈਕਟ ਕੀ ਇਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਹੀਂ ਹੈ? ਹੁਣ ਇਹਨਾਂ ਸ਼ਬਦਾਂ ਤੋਂ ਬਾਅਦ ਕੀ PWD ਮੰਤਰਾਲਾ ਇਸ ਕਾਰਵਾਈ ਦੇ ਵਿੱਚ ਇਨਵੋਲਵ ਹੋਣ ਤੋਂ ਇਨਕਾਰ ਕਰ ਸਕਦਾ ਹੈ? ਇਸ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਦੇ PWD ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੀ ਸਫਾਈ ਜ਼ਰੂਰ ਦੇਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਉਹ ਸਿੱਖ ਆਗੂ ਜਿਹੜੇ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਬਾਰੇ, ਇਸ ਕਾਰਵਾਈ ਦੇ ਬਾਰੇ ਇੱਕ ਦਿਨ ਪਹਿਲਾਂ ਅਨਆਫੀਸ਼ੀਅਲ ਇਨਫੋਰਮੇਸ਼ਨ ਮਿਲੀ ਸੀ, ਤਾਂ ਉਹਨਾਂ ਨੇ ਅਨਆਫੀਸ਼ੀਅਲੀ ਕੁਝ ਅਰੇਂਜਮੈਂਟ ਇਸ ਮਾਮਲੇ ਦੇ ਲਈ ਕਿਉਂ ਨਹੀਂ ਕੀਤੇ? ਤੇ ਇਸ ਦੇ ਨਾਲ ਹੀ ਸਵਾਲ ਉਸ BJP ਤੇ ਵੀ ਖੜਾ ਹੋ ਰਿਹਾ ਹੈ, ਜਿਹੜੀ ਕਿ ਦਿੱਲੀ ਦੇ ਵਿੱਚ MCD ਤੇ ਕਾਬਿਜ਼ ਹੈ, ਜਿਹੜੀ MCD ਕਿ ਦਿੱਲੀ ਦੇ ਵਿੱਚ ਹਰ ਐਨਕਰੋਚਮੈਂਟ ਹਟਾਉਣ ਦੇ ਲਈ ਜ਼ਿੰਮੇਵਾਰ ਹੈ। ਉਹ MCD ਇਸ ਕਥਿਤ ਐਨਕਰੋਚਮੈਂਟ ਨੂੰ ਹਟਾਉਣ ਦੇ ਲਈ ਜ਼ਿੰਮੇਵਾਰ ਆਖਿਰ ਕਿਉਂ ਨਹੀਂ ਹੈ? ਸਵਾਲ ਕਈ ਨੇ। ਬਹਰਹਾਲ ਇਸ ਖਬਰ ਤੇ, ਇਸ ਮਾਮਲੇ ਤੇ ਅਪਡੇਟਸ ਅਸੀਂ ਲਗਾਤਾਰ ਤੁਹਾਨੂੰ ਦਿੰਦੇ ਰਵਾਂਗੇ। ਫਿਲਹਾਲ ਮੈਨੂੰ ਗੁਰਮੀਤ ਨੂੰ, ਮੇਰੇ ਵੀਡੀਓ ਜਰਨਲਿਸਟ ਰਾਮ ਬਹਾਦਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ PTC ਨਿਊਜ਼।